Hello students, hope you are well. Let's start with another topic that is from Unit 4, Part C, Standard Based Assessment. Uh, Standard based assessment ਦੇ ਲਈ first of all understand the meaning of standards. Standards are established norms or benchmarks for learning that define what student need to know, understand and do. ਮੀਨ ਜਦੋਂ ਸਟੂਡੈਂਟਸ ਨੂੰ ਅਸੀਂ ਕਿਸੇ ਨੋਰਮਸ ਦੇ ਬੇਸ 'ਤੇ ਸਟੈਂਡਰਡਸ ਬੇਸਿਕਲੀ ਆਰ ਦਾ ਟਰਮ ਜਦੋਂ ਅਸੀਂ ਕੋਈ ਨੋਰਮ ਜਾਂ ਬੈਂਚਮਾਰਕਸ ਨੂੰ ਕੀ ਕਰਦੇ ਹਾਂ ਫਿਕਸ ਕਰਦੇ ਹਾਂ ਤਾਂ ਕਿ ਸਟੂਡੈਂਟਸ ਨੂੰ ਕੀ ਕਰੀਏ ਉਸ ਪਰਟੀਕੂਲਰ ਕੰਡੀਸ਼ਨ ਦੇ ਬੇਸ 'ਤੇ ਅਸੈਸ ਕੀਤਾ ਜਾਵੇ। ਦੈਨ ਵਾਟ ਇਜ਼ ਸਟੈਂਡਰਡ ਬੇਸ ਕਲਾਸਰੂਮ ਇੰਸਟਰਕਸ਼ਨਸ, ਕਿਉਂਕਿ ਜਦੋਂ ਅਸੀਂ ਸਟੈਂਡਰਡ ਬੇਸ ਅਸੈਸਮੈਂਟ ਦੀ ਗੱਲ ਕਰਦੇ ਹਾਂ ਤਾਂ ਓਬਵੀਅਸਲੀ ਜਿਹੜੀਆਂ ਕਲਾਸਰੂਮ ਇੰਸਟਰਕਸ਼ਨਸ ਹੋਣਗੀਆਂ ਫਸਟ ਆਫ ਆਲ ਸਾਡੀਆਂ ਦੈਟ ਇੰਸਟਰਕਸ਼ਨਸ ਆਰ ਸਟੈਂਡਰਡ ਬੇਸ ਇੰਸਟਰਕਸ਼ਨਸ। ਜਦੋਂ ਅਸੀਂ ਉਹਨਾਂ ਨੂੰ ਫੋਲੋ ਕਰਾਂਗੇ ਤਾਂ ਹੀ ਅਸੀਂ ਕਰ ਸਕਦੇ ਹਾਂ ਸਟੂਡੈਂਟਸ ਦੀ ਜਿਹੜੀ ਅਸੈਸਮੈਂਟ ਆ ਦੈਟ ਮਸਟ ਵੀ ਸਟੈਂਡਰਡ ਬੇਸ ਅਸੈਸਮੈਂਟ। ਇਹਦੇ ਲਈ ਅਸੀਂ ਜੇ ਕਲਾਸਰੂਮ ਇੰਸਟਰਕਸ਼ਨ ਦੀ ਗੱਲ ਕਰਦੇ ਹਾਂ ਲਾਈਕ ਅਸੀਂ ਸਟੂਡੈਂਟ ਸੈਂਟਰ ਅਪਰੋਚ ਫੋਲੋ ਕਰੀਏ, ਸਟੂਡੈਂਟਸ ਨੂੰ ਕੁਝ ਜਿਹੜੇ ਅਸੀਂ ਸਟੈਂਡਰਡਸ ਬਣਾਏ ਨੇ ਉਹਨਾਂ ਦੇ ਬੇਸ 'ਤੇ ਅਸੈਸ ਕਰੀਏ, ਸਟੂਡੈਂਟਸ ਨੂੰ ਹੈਲਪ ਕਰੀਏ ਤਾਂ ਕਿ ਉਹ ਸਟੈਂਡਰਡਸ ਨੂੰ ਮੀਟ ਕਰਨ ਦੇ ਲਈ ਕੈਪੇਬਲ ਹੋ ਸਕਣ। ਸਟੂਡੈਂਟ ਨੂੰ ਉਹਨਾਂ ਨੂੰ ਐਮਫੇਸਾਈਜ਼ ਕੀਤਾ ਜਾਵੇ ਵੀ ਉਹ ਈਜ਼ੀਲੀ ਜਿਹੜੇ ਉਹਨਾਂ ਦੇ ਆਈਡੀਆਜ਼ ਨੇ ਜਾਂ ਉਹਨਾਂ ਦੇ ਅੰਡਰਸਟੈਂਡਿੰਗ ਪ੍ਰੋਸੈਸ ਆ ਉਹਦੇ 'ਤੇ ਕੀ ਕਰਨ, ਉਹ ਐਕਟ ਕਰਨ ਔਨ ਦਾ ਬੇਸਿਸ ਆਫ ਕੰਟੈਂਟ। ਇਹ ਕੁਝ ਆਸਪੈਕਟ ਨੇ ਜਿਨ੍ਹਾਂ ਦੇ ਬੇਸ ਅਸੀਂ ਗੱਲ ਕਰਦੇ ਹਾਂ ਵੀ ਸਟੈਂਡਰਡ ਬੇਸ ਅਸੈਸਮੈਂਟ ਨੂੰ ਕੀ ਕਰਾਂਗੇ ਅਸੀਂ ਸਕਸੈਸਫੁਲ ਬਣਾ ਸਕਦੇ ਹਾਂ ਜਦੋਂ ਕਲਾਸਰੂਮ ਜਿਹੜੀਆਂ ਇੰਸਟਰਕਸ਼ਨ ਨੇ ਦੈਟ ਮਸਟ ਬੀ ਸਟੈਂਡਰਡ ਬੇਸ। ਜੇ ਇਹਨਾਂ ਨੂੰ ਅੱਗੇ ਅਸੀਂ ਗੱਲ ਕਰਦੇ ਹਾਂ ਨੈਕਸਟ ਆਏਗਾ ਸਾਡੇ ਕੋਲ ਵਾਟ ਇਜ਼ ਸਟੈਂਡਰਡ ਬੇਸ ਅਸੈਸਮੈਂਟ। ਸਟੈਂਡਰਡ ਬੇਸ ਅਸੈਸਮੈਂਟ ਜਦੋਂ ਅਸੀਂ ਕਿਸੇ ਫਿਕਸ ਕ੍ਰਾਈਟੇਰੀਆ 'ਤੇ ਸਾਰੇ ਸਟੂਡੈਂਟਸ ਨੂੰ ਕੀ ਕਰਦੇ ਹਾਂ ਇੱਕੋ ਲਾਈਨ 'ਤੇ ਅਸੈਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਇੱਥੇ ਐਗਜ਼ਾਮਪਲ ਇਹ ਵੀ ਤੁਹਾਡੇ ਕੋਲ ਐਗਜ਼ਾਮਪਲ ਆ ਰਹੀ ਹੈ ਜਿੱਥੇ ਅਸੀਂ ਕਹਿੰਦੇ ਹਾਂ ਕਿ ਹੈਲਪਿੰਗ ਸਟੂਡੈਂਟ ਹੈਵ ਸੈਲਫ ਕਨਸੈਪਟ ਥਰੂ ਰਿਫਲੈਕਟਿੰਗ ਥਿੰਕਿੰਗ ਐਕਟੀਵਿਟੀ। ਮੀਨਸ ਸਟੂਡੈਂਟਸ ਦੇ ਕੋਲ ਕੀ ਨੇਗੇ ਬਹੁਤ ਸਾਰੇ ਕੁਐਸਚਨਸ ਨੇਗੇ ਵੀ ਮੈਂ ਕੰਮ ਕਿਵੇਂ ਕਰਾਂ, ਕਿਵੇਂ ਮੇਰੀ ਪਰਫੋਰਮੈਂਸ ਅੱਛੀ ਹੋਏਗੀ, ਕਿਵੇਂ ਮੈਂ ਯਾਦ ਕਰਾਂ, ਕਿਵੇਂ ਮੈਂ ਅੰਡਰਸਟੈਂਡ ਕਰਾਂ ਕੰਸੈਪਟ ਨੂੰ, ਮੇਰੇ ਟਾਰਗੇਟਸ ਕੀ ਨੇਗੇ, ਇਸ ਤਰ੍ਹਾਂ ਦੇ ਕੁਐਸਚਨਸ ਨੇਗੇ ਜਿਨ੍ਹਾਂ ਨੂੰ ਕੀ ਕਰਨਾ ਗਾ ਟੀਚਰ ਨੇ ਆਪਣੀ ਟੀਚਰ ਦੀ ਹੈਲਪ ਨਾਲ ਬੱਚੇ ਨੇ ਸੋਲਵ ਕਰਨਾ ਅਤੇ ਉਹ ਸੋਲਵ ਜਦੋਂ ਕਰੇਗਾ ਬੱਚਾ ਤਾਂ ਉਹ ਕੀ ਹੋਏਗਾ ਸਕਸੈਸਫੁਲ ਹੋਏਗਾ। ਅਤੇ ਜੇ ਇਹਦੀ ਡੈਫੀਨੀਸ਼ਨ ਦੀ ਗੱਲ ਕਰਦੇ ਹਾਂ ਸਟੈਂਡਰਡ ਬੇਸ ਅਸੈਸਮੈਂਟ ਦੀ ਡੈਫੀਨੀਸ਼ਨ ਹੈ ਇੱਕ ਪਰਸਨ ਦੀ ਡੋਰਥੇ ਦੇ ਅਕੋਰਡਿੰਗ ਇਟਸ ਅ ਅਪਰੋਚ that compares standards performance to the standards it compare students performance to the standards rather than comparing them with other students। means ਅਸੀਂ ਸਟੂਡੈਂਟਸ ਨੂੰ ਕੀ ਕਰਨਾ ਕਿਸੇ ਫਿਕਸ ਸਟੈਂਡਰਡ ਬੇਸ 'ਤੇ ਕੰਪੇਅਰ ਕਰਨਾ, ਕਿਸੇ ਦੂਸਰੇ ਬੱਚੇ ਨਾਲ ਕੰਪੇਅਰ ਨਹੀਂ ਕਰਨਾ। ਅਤੇ ਜਦੋਂ ਅਸੀਂ ਇਹਨਾਂ ਦੀ ਗੱਲ ਕਰਦੇ ਹਾਂ ਸਟੈਂਡਰਡ ਬੇਸ ਅਸੈਸਮੈਂਟ ਦੀ ਗੱਲ ਕਰਦੇ ਹਾਂ the measurement of students learning performance according to predetermined educational content and performance standards। ਤੇ ਦੂਸਰਾ ਸਟੈਂਡਰਡ ਜਿਹੜੇ ਨੇਗੇ define the skill and knowledge content which will need to be mastered by each student in a certain time frame। assessment is aligned to the attainment of the standards through the defined skill or competencies। ਇਹਦੇ 'ਚ ਮੈਂ ਸਟੈਂਡਰਡ ਬੇਸ ਅਸੈਸਮੈਂਟ ਦੀ ਅਸੀਂ ਗੱਲ ਕਰਦੇ ਹਾਂ ਵੀ ਸਟੈਂਡਰਡ ਬੇਸ ਅਸੈਸਮੈਂਟ ਇਫੈਕਟਿਵ ਤਾਂ ਹੋਏਗੀ ਜੇ ਸਾਡੀਆਂ ਆਊਟਕਮਸ, ਅਸੈਸਮੈਂਟ ਟਾਸਕ, ਕ੍ਰਾਈਟੀਰੀਆ, ਮਾਰਕਿੰਗ ਜਿਹੜਾ ਪ੍ਰੋਸੀਜਰ ਆ ਅਤੇ ਫੀਡਬੈਕ ਇਹਨਾਂ 'ਚ ਕੀ ਹੋਏਗਾ ਇੱਕ ਸਟਰੋਂਗ ਬਾਊਂਡੇਸ਼ਨ ਹੋਏਗੀ, ਸਟਰੋਂਗ ਲਿੰਕੇਜ ਹੋਏਗੀ। ਜਦੋਂ ਇਹ ਲਿੰਕੇਜ ਵੀਕ ਹੋਏਗੀ ਤਾਂ ਉਸ ਟਾਈਮ 'ਤੇ ਜਿਹੜੀ ਸਾਡੀ ਅਸੈਸਮੈਂਟ ਆ ਦੈਟ ਅਸੈਸਮੈਂਟ ਇਜ਼ ਅ ਵੀਕ ਅਸੈਸਮੈਂਟ। ਮੀਨਸ ਜਿਹੜੀ ਪ੍ਰੋਪਰ ਅਸੈਸਮੈਂਟ ਨਹੀਂ ਹੋਏਗੀ, ਇਫੈਕਟਿਵ ਅਸੈਸਮੈਂਟ ਨਹੀਂ ਹੋਏਗੀ। ਸਟੈਂਡਰਡ ਬੇਸ ਅਸੈਸਮੈਂਟ ਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਸਟੈਂਡਰਡ ਬੇਸ ਐਜੂਕੇਸ਼ਨ। ਅਤੇ ਸਟੈਂਡਰਡ ਬੇਸ ਐਜੂਕੇਸ਼ਨ ਕਿਹਦੇ 'ਤੇ ਬੇਸ ਹੋਏਗੀ ਸਟੈਂਡਰਡ ਬੇਸ ਕਰੀਕੂਲਮ 'ਤੇ। ਅਤੇ ਜਿਹੜਾ ਕਰੀਕੂਲਮ ਆ ਉਹ ਅੱਗੇ ਸਾਡਾ ਕੀ ਹੋਏਗਾ ਦੈਟ ਡਿਪੈਂਡਸ ਅਪੋਨ ਕਰੀਕੂਲਮ ਸਟੈਂਡਰਡਸ। ਜਿਹੜੇ ਕਰੀਕੂਲਮ ਸਟੈਂਡਰਡਸ ਨੇ ਉਹ ਬੇਸ ਹੋਣਗੇ ਸਟੈਂਡਰਡ ਬੇਸ ਅਸੈਸਮੈਂਟ ਅਤੇ ਜਿਹੜੀਆਂ ਅਸੀਂ ਇੰਸਟਰਕਸ਼ਨਸ ਅਲਾਈਨਡ ਟੂ ਕਰੀਕੂਲਮ ਸਟੈਂਡਰਡਸ ਦੀ ਗੱਲ ਕਰਦੇ ਹਾਂ। ਅਤੇ ਮੀਨਸ ਜਿਹੜਾ ਪ੍ਰੋਸੈਸ ਪੂਰੇ ਦਾ ਪੂਰਾ ਕਿਹਦੇ 'ਤੇ ਬੇਸ ਹੋਏਗਾ ਸਾਡੇ ਕੋਲ ਕਰੀਕੂਲਮ ਕਿਸ ਤਰ੍ਹਾਂ ਦਾ ਗਾ ਉਸ ਦੇ ਬੇਸ 'ਤੇ ਅਸੀਂ ਕਿਸ ਤਰ੍ਹਾਂ ਦੇ ਸਟੈਂਡਰਡ ਨੂੰ ਕੀ ਕਰਨਾ ਗਾ ਫਿਕਸ ਕਰਨਾ। ਨੈਕਸਟ ਹੈ ਸਟੈਂਡਰਡ ਬੇਸ ਅਪਰੋਚ ਜਾਂ ਅਸੈਸਮੈਂਟ ਦੇ ਵਿੱਚ ਕੁਝ ਜਿਹੜੇ ਸਾਡੇ ਕੋਲ ਕੀ ਆਉਂਦੇ ਨੇ ਬੇਸਿਕ ਅਪਰੋਚ ਜਿਹੜੀਆਂ ਨੇਗੀਆਂ ਇਹਦੇ 'ਚ ਯੂਜ਼ ਕਰਦੇ ਹਾਂ ਅਸੀਂ। ਜਿਵੇਂ ਫਸਟ ਆਫ ਆਲ ਆਈਡੈਂਟੀਫਾਈ ਅ ਕੀ ਫੈਕਟਰ ਇੰਪੋਰਟੈਂਟ ਆ ਵਿੱਚ ਟੀਚਰ ਨੇ ਕੀ ਕਰਨਾ ਸਭ ਤੋਂ ਪਹਿਲਾਂ ਜਿਹੜੇ ਕੀ ਫੈਕਟਰਸ ਨੇ ਇੰਪੋਰਟੈਂਟ ਜਿਹੜੀ ਸਟੂਡੈਂਟਸ ਨੂੰ ਅਸੀਂ ਨੌਲੇਜ ਪ੍ਰੋਵਾਈਡ ਕਰਨੀ ਆ ਉਹਦੇ ਇੰਪੋਰਟੈਂਟ ਕੀ ਫੈਕਟਰਸ ਕੀ ਨੇਗੇ ਉਹ ਸਟੂਡੈਂਟ ਨੂੰ ਕੀ ਕਰਨਾ ਪਏਗਾ
ਟੀਚਰ ਨੂੰ ਸਟੂਡੈਂਟਸ ਦੇ ਲਈ ਆਇਡੈਂਟੀਫਾਈ ਕਰਨਾ ਪਏਗਾ। ਦੂਜਾ, ਆਇਡੈਂਟੀਫਾਈ ਦਾ ਇੰਡੀਕੇਟਰਸ। ਟੀਚਰ ਮਸਟ ਆਇਡੈਂਟੀਫਾਈ ਦਾ ਇੰਡੀਕੇਟਰਸ। ਇੰਡੀਕੇਟਰਸ ਮੀਨਸ ਐਵੀਡੈਂਸ। ਟੀਚਰ ਕੀ ਕਰੇਗਾ, ਕਲੈਕਟ ਕਰੇਗਾ ਐਵੀਡੈਂਸ, ਜਿਨ੍ਹਾਂ ਤੋਂ ਸਟੂਡੈਂਟਸ ਨੂੰ ਕਿਵੇਂ ਉਹਨੇ ਮਾਸਟਰੀ ਕਰਾਉਣੀ ਆ, ਕਿਵੇਂ ਸਟੂਡੈਂਟ ਨੂੰ ਅੰਡਰਸਟੈਂਡ ਕਰਾਉਣਾ ਕੰਸੈਪਟ, ਕਿਵੇਂ ਕੰਟੈਂਟ ਦੀ ਨੌਲੇਜ ਸਟੂਡੈਂਟ ਨੂੰ ਪ੍ਰੋਵਾਈਡ ਕਰਨੀ ਆ, ਉਹਦੀ ਕੀ ਕਰੇਗਾ ਉਹ ਐਵੀਡੈਂਸ ਨੂੰ ਕਲੈਕਟ ਕਰੇਗਾ। ਚੂਜ਼ ਆ ਕਲੈਕਸ਼ਨ ਆਫ ਅਸੈਸਮੈਂਟ। ਉਸ ਤੋਂ ਬਾਅਦ teacher should choose a collection of assessment that will allow student to demonstrate the selective indicators or key factors. And then using a standard scale or rubrics। ਇੱਥੇ ਟੀਚਰ ਕੀ ਕਰੇਗਾ, ਬੱਚਿਆਂ ਦੀ ਟੀਚਰਸ ਨੇ ਜਿਹੜੀ ਸਟੂਡੈਂਟਸ ਦੀ ਅਸੈਸਮੈਂਟ ਕਰਨੀ ਹੈ ਜਾਂ ਸਟੂਡੈਂਟ ਨੂੰ ਅਸੈਸ ਕਰਨਾ, ਉਹਦੇ ਲਈ ਸਟੈਂਡਰਡ ਸਕੇਲ ਜਾਂ ਰਿਊਬਰਿਕਸ ਨੂੰ ਕੀ ਕਰੇਗਾ, ਉਹ ਯੂਜ਼ ਕਰੇਗਾ ਅਤੇ ਜਿਸ ਦੇ ਬੇਸ 'ਤੇ ਬੱਚਿਆਂ ਨੂੰ ਕੀ ਕਰੇਗਾ, ਉਹ ਅਸੈਸ ਕਰੇਗਾ। ਰਿਪੀਟ ਇੰਸਟਰਕਸ਼ਨਸ। ਰਿਪੀਟ ਇੰਸਟਰਕਸ਼ਨ ਜਾਂ ਅਸੈਸਮੈਂਟ ਜਾਂ ਫੀਡਬੈਕ ਅਸੀਂ ਬੱਚਿਆਂ ਨੂੰ ਉਹ ਤਦ ਤੱਕ ਦੇਣੀ ਆ ਜਦ ਤੱਕ ਬੱਚਿਆਂ ਦੇ ਜਿਹੜੇ ਪ੍ਰੀ ਡਿਟਰਮਿਨਡ ਜਿਹੜੇ ਲੈਵਲ ਆਫ ਅਚੀਵਮੈਂਟ ਆ ਉਹ ਨਹੀਂ ਹੁੰਦੀ, ਜਾਂ ਬੱਚਿਆਂ ਦੀ ਉਸ ਲੈਵਲ 'ਚ ਕੀ ਹੈ, ਮਾਸਟਰੀ ਨਹੀਂ ਹੁੰਦੀ। ਨੈਕਸਟ ਜੇ ਇਹਦੇ ਕਰੈਕਟਰਿਸਟਿਕਸ ਦੀ ਗੱਲ ਕਰਦੇ ਹਾਂ ਜਾਂ ਇਹਦੇ ਪ੍ਰੀਕੋਸ਼ਨਸ ਦੀ ਗੱਲ ਕਰਦੇ ਹਾਂ, ਇਹਦੇ 'ਚ ਮੈਂ ਥੋੜ੍ਹਾ ਜਿਹਾ ਇਹਨੂੰ ਜਲਦੀ ਕਰਾਂਗੀ। ਜਿਵੇਂ ਫਸਟ ਆਫ ਆਲ ਅਸੀਂ ਕਹਿੰਦੇ ਕਿ ਬੱਚਿਆਂ ਨੂੰ ਜਿਹੜੇ ਸਟੈਂਡਰਡਸ ਨੇ ਉਹ ਕਲੀਅਰ ਹੋਣੇ ਚਾਹੀਦੇ ਨੇ, ਅੰਡਰਸਟੈਂਡ ਹੋਣੀ ਚਾਹੀਦੀ ਹੈ, ਬੱਚਿਆਂ ਨੂੰ ਨੌਲੇਜ ਹੋਣੀ ਚਾਹੀਦੀ ਹੈ ਵੀ ਜਿਹੜੇ ਸਟੈਂਡਰਡਸ ਕੀ ਨੇ ਜਿਨ੍ਹਾਂ ਦੇ ਬੇਸ 'ਤੇ ਸਾਨੂੰ ਅਸੈਸ ਕੀਤਾ ਜਾਣਾ। ਦੂਸਰਾ, ਬੱਚਿਆਂ ਨੂੰ ਜਿਹੜੇ ਟਾਸਕ, ਐਕਟੀਵਿਟੀ ਜਾਂ ਅਸੈਸਮੈਂਟ ਆ ਉਹ ਕਲੀਅਰ ਹੋਣੀ ਚਾਹੀਦੀ ਹੈ ਵੀ ਕਿਸ ਤਰ੍ਹਾਂ ਦੇ ਸਟੈਂਡਰਡ ਦੇ ਬੇਸ 'ਤੇ ਸਾਨੂੰ ਕੀ ਕੀਤਾ ਜਾਏਗਾ, ਅਸੈਸ ਕੀਤਾ ਜਾਏਗਾ। ਅਤੇ ਜਿਹੜੀ ਅਸੈਸਮੈਂਟ ਆ ਉਹਦੇ 'ਚ ਕੀ ਹੋਣੀ ਚਾਹੀਦੀ ਹੈ, ਫੋਰਮੇਟਿਵ ਅਸੈਸਮੈਂਟ ਹੁੰਦੀ ਹੈ ਤਾਂ ਕਿ ਸਟੂਡੈਂਟਸ ਨੂੰ ਅਸੀਂ ਕੀ ਕਰ ਸਕੀਏ, ਟਾਈਮ ਟੂ ਟਾਈਮ ਫੀਡਬੈਕ ਦੇ ਸਕੀਏ। ਅਸੈਸਮੈਂਟ ਜਿਹੜੀ ਆ ਦੈਟ ਮਸਟ ਬੀ ਵੈਲ ਡਿਜ਼ਾਈਨ, ਐਕੂਰੇਟ ਐਂਡ ਹਾਈ ਇਨ ਵੈਲਿਡਿਟੀ ਤਾਂ ਕਿ ਫੇਅਰ ਅਤੇ ਅਸੈਸੀਬਲ ਹੋ ਸਕੇ। ਦੈਨ ਜੇ ਸਟੂਡੈਂਟਸ ਨੂੰ ਅਸੀਂ ਐਗਜ਼ਾਮਪਲਸ ਪ੍ਰੋਵਾਈਡ ਕਰੀਏ ਤਾਂ ਕਿ ਬੱਚਿਆਂ ਨੂੰ ਪਤਾ ਚੱਲਦਾ ਰਹੇ ਵੀ ਕਿਹੜਿਆਂ ਸਟੈਂਡਰਡਸ ਦੇ ਅਗੇਂਸਟ ਸਾਨੂੰ ਕੀ ਕੀਤਾ ਜਾਣਾ ਗਾ, ਮੈਜ਼ਰ ਕੀਤਾ ਜਾਣਾ, ਸਾਡੇ 'ਤੇ ਕਿਹੜੇ ਸਟੈਂਡਰਡਸ ਕੀ ਨੇਗੇ ਅਪਲਾਈ ਹੋਣੇ। ਰਿਊਬਰਿਕਸ। Rubrics should be used to assess performance and constructed response. Then ਉਸ ਤੋਂ ਬਾਅਦ ਹੈ selective response. Selective response means multiple choice should be used to assess basic knowledge and understanding. ਜਿਹੜੀ ਬੱਚਿਆਂ ਦੀ ਬੇਸਿਕ ਨੌਲੇਜ ਆ ਅਤੇ ਅੰਡਰਸਟੈਂਡਿੰਗ ਆ ਉਹਨੂੰ ਅਸੈਸ ਕਰਨ ਦੇ ਲਈ ਸਿਲੈਕਟਿਵ ਰਿਸਪੌਂਸਿਸ ਕੀ ਕਰਨੇ ਚਾਹੀਦੇ ਨੇ, ਯੂਜ਼ ਕਰਨੇ ਚਾਹੀਦੇ ਨੇ ਆਫ ਆ ਸਪੈਸੀਫਿਕ ਸਟੈਂਡਰਡਸ। ਅਤੇ ਜਿਹੜੇ ਉਹ ਨੇਗੇ ਉਹ ਸਪੈਸੀਫਿਕ ਸਟੈਂਡਰਡ ਦੇ ਬੇਸ 'ਤੇ ਕੀ ਹੋਣਗੇ, ਸਾਡੇ ਸਿਲੈਕਟਿਵ ਰਿਸਪੌਂਸਿਸ ਹੋਣਗੇ। ਅਤੇ ਜੇ ਮੈਂ ਇੰਨੀ ਐਡਵਾਂਟੇਜਸ ਦੀ ਗੱਲ ਕਰਦੀ ਹਾਂ, ਐਡਵਾਂਟੇਜਸ 'ਚ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਕੀ ਹੈ, ਜਦੋਂ ਅਸੀਂ ਸਟੈਂਡਰਡ ਬੇਸ ਅਸੈਸਮੈਂਟ ਦੀ ਗੱਲ ਕਰਦੇ ਹਾਂ, ਬੱਚੇ ਨੂੰ ਹਮੇਸ਼ਾ ਅਸੀਂ ਕਿਸੇ ਪਰਟੀਕੂਲਰ ਸਟੈਂਡਰਡ ਦੇ ਬੇਸ 'ਤੇ ਅਸੈਸ ਕਰਾਂਗੇ, ਰੈਂਕ ਦੇ ਬੇਸ 'ਤੇ ਅਸੈਸ ਨਹੀਂ ਕਰਾਂਗੇ। ਇਵੈਲੂਏਸ਼ਨ ਆਫ ਇੰਟਾਇਰ ਵੈਲਿਊ। ਅਤੇ ਇਹਦੇ 'ਚ ਜਦੋਂ ਅਸੀਂ ਇੰਡੀਵਿਜੂਅਲ ਨੂੰ ਅਸੈਸ ਕਰਨਾ, ਹਿਊਮਨਸ ਨੂੰ ਗੱਲ ਕਰਦੇ ਹਾਂ, ਅਸੀਂ ਹਿਊਮਨ ਕੈਨ ਇਵੈਲੂਏਟ ਦ ਇੰਟਾਇਰ ਵੈਲਿਊ ਆਫ ਅ ਰਿਸਪੌਂਸ ਰਾਦਰ ਦੈਨ ਇੰਪੋਜ਼ਿੰਗ ਅ ਸਟ੍ਰਿਕਟ ਰਾਈਟ ਔਰ ਰੋਂਗ। ਅਸੀਂ ਉਹਨਾਂ 'ਤੇ ਕੋਈ ਇਸ ਤਰ੍ਹਾਂ ਦੀ ਇੰਟਰਪ੍ਰੀਟੇਸ਼ਨ ਨਹੀਂ ਕਰਨੀ ਵੀ ਉਹ ਗਲਤ ਆ ਜੋ ਸਹੀ ਆ, ਅਸੀਂ ਕਰਨਾ ਇੱਕ ਇੰਟਾਇਰ ਵੈਲਿਊ ਦੇ ਬੇਸ 'ਤੇ ਉਹਨਾਂ ਨੂੰ ਕੀ ਕਰਨਾ, ਇਵੈਲੂਏਟ ਕਰਨਾ। ਫ੍ਰੀ ਰਿਸਪੌਂਸ ਟੂ ਟੈਸਟ ਹਾਇਰ ਆਰਡਰ ਥਿੰਕਿੰਗ ਸਕਿੱਲਸ। ਅਤੇ ਜਿਹੜੀਆਂ ਸਟੈਂਡਰਡ ਬੇਸ ਅਸੈਸਮੈਂਟ ਆ ਇਹਦੇ 'ਚ ਕੀ ਆ, ਅਸੀਂ ਬੱਚਿਆਂ ਨੂੰ ਟਾਈਮ ਦਿੰਦੇ ਹਾਂ, ਚਾਂਸ ਦਿੰਦੇ ਹਾਂ ਤਾਂ ਕਿ ਉਹ ਫ੍ਰੀਲੀ ਰਿਸਪੌਂਡ ਕਰ ਸਕੇ ਅਤੇ ਉਹਦੇ ਨਾਲ ਆਪਣੀਆਂ ਹਾਇਰ ਆਰਡਰ ਥਿੰਕਿੰਗ ਸਕਿੱਲ ਨੂੰ ਕੀ ਕਰੇ, ਉਹ ਡਿਵੈਲਪ ਕਰੇ। ਅਲਾਈਨਡ ਵਿਦ ਸਟੈਂਡਰਡ ਬੇਸ ਐਜੂਕੇਸ਼ਨ ਸਿਸਟਮ। ਜਿਹੜੀ ਸਟੈਂਡਰਡ ਬੇਸ ਅਸੈਸਮੈਂਟ ਆ ਉਹ ਹਮੇਸ਼ਾ ਸਟੈਂਡਰਡ ਬੇਸ ਐਜੂਕੇਸ਼ਨ ਸਿਸਟਮ ਦੇ ਪੈਰਲਲ ਚੱਲੇਗੀ। ਜੇ ਅਸੀਂ ਐਜੂਕੇਸ਼ਨ ਸਿਸਟਮ 'ਚ ਕੋਈ ਰਿਫੋਰਮਸ ਕਰ ਰਹੇ ਹਾਂ ਤਾਂ ਸਟੈਂਡਰਡ ਬੇਸਿਸ ਜਿਹੜੇ ਸਾਡੇ ਅਸੈਸਮੈਂਟ ਆਸਪੈਕਟ ਉਹਨਾਂ ਦੇ ਵਿੱਚ ਕੀ ਹੋਏਗੀ, ਚੇਂਜਸ ਹੋਣਗੀਆਂ। ਕ੍ਰਾਈਟੀਰੀਅਨ ਬੇਸਡ ਟੈਸਟ ਇਜ਼ ਅ ਟੈਸਟ ਵਰਥ ਟੀਚਿੰਗ। ਇਹਦੇ ਜਿਹੜੀ ਟੀਚਿੰਗ ਆ ਉਹ ਕੀ ਹੈ, ਸਾਡੀ ਕ੍ਰਾਈਟੀਰੀਅਨ ਬੇਸਡ ਟੀਚਿੰਗ। ਅਸੀਂ ਕਿਸੇ ਕ੍ਰਾਈਟੀਰੀਆ ਨੂੰ ਕੀ ਕਰਦੇ ਹਾਂ, ਬੇਸ ਲੈ ਕੇ ਚੱਲਦੇ ਹਾਂ। ਇਨਸ਼ੋਰ ਮਿਨੀਮਮ ਸਕਿੱਲ ਫॉर ਵਰਲਡ ਆਫ ਵਰਕ ਆਫ ਇਕੋਨਮੀ। ਮੀਨਸ ਇਹਦੇ 'ਚ ਇੱਕ ਚੀਜ਼ ਹੈ, ਅਸੀਂ ਅਸ਼ੋਰ ਕਰਕੇ ਚੱਲਦੇ ਹਾਂ ਵੀ ਕਿਸੇ ਵੀ ਇੰਡੀਵਿਜੂਅਲ ਨੂੰ ਜਿਹੜਾ ਸਰਟੀਫਿਕੇਟ ਅਵਾਰਡ ਕੀਤਾ ਜਾਵੇ, ਉਹਦੇ 'ਚ ਜਦੋਂ ਉਹਦੀ ਮਾਸਟਰੀ ਹੋ ਜਾਂਦੀ ਹੈ, ਉਹਨੂੰ ਇਨੀਸ਼ੀਅਲ ਮਾਸਟਰੀ ਹੁੰਦੀ ਹੈ ਤਾਂ ਸਰਟੀਫਿਕੇਟ ਅਵਾਰਡ ਕੀਤਾ ਜਾਵੇ ਤਾਂ ਕਿ ਉਹ ਇਸ ਜਿਹੜੀਆਂ ਸਕਿੱਲਸ ਨੂੰ ਆਪਣੀਆਂ ਨੂੰ ਕੀ ਕਰ ਸਕੇਗਾ, ਯੂਜ਼ ਕਰ ਸਕੇਗਾ, ਜਿਹੜੀ ਵਰਲਡ ਕਲਾਸ ਇਕੋਨਮੀ ਹੈ ਉਹਦੇ 'ਚ ਇੰਪਲਾਈ ਕਰ ਸਕੇਗਾ। ਦੈਨ ਇਨਸ਼ੋਰ ਨੌਲੇਜ ਨਾਟ ਨੈਕਸਟ ਗ੍ਰੇਡ। ਇਹਦੇ 'ਚ ਅਸੀਂ ਇਹ ਵੀ ਮੰਨ ਕੇ ਚੱਲਦੇ ਹਾਂ ਵੀ ਅਸੀਂ ਬੱਚਿਆਂ ਨੂੰ ਕੀ ਦੇਣੀ ਹੈਗੀ, ਨੌਲੇਜ ਪ੍ਰੋਵਾਈਡ ਕਰਨੀ ਆ ਤਾਂ ਕਿ ਉਹ ਨੈਕਸਟ ਗ੍ਰੇਡ 'ਤੇ ਕੀ ਕਰ ਸਕਣ, ਜਾ ਸਕਣ। ਦੈਨ ਐਲੀਮੀਨੇਟ ਅਚੀਵਮੈਂਟ ਗੈਪ। ਇਹਦੇ 'ਚ ਕੀ ਹੈ, ਜਦੋਂ ਅਸੀਂ ਸਟੂਡੈਂਟਸ ਨੂੰ ਪਾਸ ਫੇਲ ਜਦੋਂ ਸਾਰੇ ਸਟੂਡੈਂਟ ਪਾਸ ਇੱਕ ਸਟੈਂਡਰਡ ਦੇ ਬੇਸ 'ਤੇ ਅਸੀਂ ਕੀ ਕਰਦੇ ਉਹਨਾਂ ਨੂੰ ਪਾਸ ਕਰਦੇ ਹਾਂ ਜਾਂ ਉਹਨਾਂ ਨੂੰ ਜਿਹੜੀ ਉਹਨਾਂ ਦੀ ਸਕੋਰਿੰਗ ਕਰਦੇ ਹਾਂ, ਕਿਸੇ ਵੀ ਤਰ੍ਹਾਂ ਦੀ ਡੈਮੋਗ੍ਰਾਫਿਕ ਵੇਰੀਏਬਲ 'ਤੇ ਜਾਂ ਕਿਸੇ ਵੀ ਤਰ੍ਹਾਂ ਦੇ ਆਸਪੈਕਟ ਉਹਨਾਂ ਨਾਲ ਪਾਰਸ਼ਲਿਟੀ ਨਹੀਂ ਕੀਤੀ ਜਾਂਦੀ ਤਾਂ ਜਿਹੜਾ ਅਚੀਵਮੈਂਟ ਗੈਪ ਆ ਉਹ ਵੀ ਕੀ ਹੁੰਦਾ, ਇਹਦੇ ਨਾਲ ਖਤਮ ਹੁੰਦਾ ਗਾ। ਦੈਨ ਨੈਕਸਟ ਹੈ
ਪ੍ਰੋਵਾਈਡ ਫਰੀडम ਟੂ ਐਗਜ਼ੀਬਿਟ ਅੰਡਰਸਟੈਂਡਿੰਗ ਥਰੂ ਡਿਵਰਸ ਵੇ। ਅਤੇ ਸਟੂਡੈਂਟ ਜਿਹੜੀ ਆਪਣੀ ਨੌਲੇਜ ਆਪਣੀ ਅੰਡਰਸਟੈਂਡਿੰਗ ਆ ਉਹਨੂੰ ਕੀ ਕਰ ਸਕਦੇ ਨੇ ਡਿਫਰੈਂਟ ਵੇ ਨਾਲ ਕੀ ਕਰ ਸਕਦੇ ਨੇ ਐਗਜ਼ੀਬਿਟ ਕਰ ਸਕਦੇ ਨੇ, ਉਹਨੂੰ ਫਰੀडम ਆ। ਸਟੂਡੈਂਟ ਕੀ ਕਰ ਸਕਦੇ ਨੇ ਮਲਟੀਪਲ ਚੋਇਸ ਟੈਸਟ ਵੀ ਹੁੰਦਾ ਗਾ, ਫਿਜ਼ੀਕਲ ਕੰਸਟਰਕਸ਼ਨ ਵੀ ਹੋਏਗੀ, ਰਿਟਨ ਰਿਸਪੌਂਸ ਵੀ ਹੋਏਗਾ, ਉਹਨਾਂ ਦੀ ਪਰਫੋਰਮੈਂਸ ਵੀ ਹੋਏਗੀ। ਸਾਰੇ ਤਰ੍ਹਾਂ ਦੇ ਆਸਪੈਕਟ ਦੇ ਬੇਸ 'ਤੇ ਬੱਚਿਆਂ ਨੂੰ ਕੀ ਕੀਤਾ ਜਾਂਦਾ ਅਸੈਸ ਕੀਤਾ ਜਾਂਦਾ। ਹੈਲਪਫੁਲ ਟੂ ਪ੍ਰੋਵਾਈਡ ਪੋਸਟ ਅਸੈਸਮੈਂਟ ਫੀਡਬੈਕ। ਇੱਕ ਇਹਦਾ ਹੋਰ ਪੋਜ਼ੀਟਿਵ ਆਸਪੈਕਟ ਇਹਦੇ 'ਚ ਕੀ ਕਰਦੇ ਹਾਂ ਅਸੀਂ ਜਿਹੜੀ ਸਟੂਡੈਂਟਸ ਨੂੰ ਪੋਸਟ ਅਸੈਸਮੈਂਟ ਫੀਡਬੈਕ ਵੀ ਕੀ ਕਰਦੇ ਹਾਂ ਕਿ ਪ੍ਰੋਵਾਈਡ ਕਰਦੇ ਹਾਂ। ਅਤੇ ਉਹਦੇ 'ਚ ਬੱਚਿਆਂ ਨੂੰ ਆਪਣੇ ਨੈਕਸਟ ਟਾਈਮ ਆਪਣੇ ਸਕੋਰ ਨੂੰ ਇੰਪਰੂਵ ਕਰਨ ਲਈ ਆਪਣੇ ਆਪ ਨੂੰ ਇੰਪਰੂਵ ਕਰਨ ਲਈ ਕੀ ਕਰਦੇ ਨੇ ਬੱਚੇ ਫਿਰ ਉਹਨਾਂ ਲਈ ਹੈਲਪਫੁਲ ਹੋਏਗੀ। ਨੈਕਸਟ ਜੇ ਮੈਂ ਗੱਲ ਕਰਦੀ ਹਾਂ ਇਹਦੀ ਡਿਸਐਡਵਾਂਟੇਜਸ ਦੀ। ਡਿਸਐਡਵਾਂਟੇਜ ਜਿਵੇਂ ਅਸੀਂ ਕਹਿੰਦੇ ਹਾਂ ਕਿ ਇੱਕ ਤਾਂ ਡਿਫਰੈਂਟ ਕੱਟ ਸਕੋਰ ਆ ਫॉर ਡਿਫਰੈਂਟ ਲੈਵਲ। ਹਰ ਲੈਵਲ ਲਈ ਸਕੋਰ ਕੀ ਆ ਡਿਫਰੈਂਟ ਆ। ਜਿਵੇਂ ਫੋਰ ਐਗਜ਼ਾਮਪਲ ਅਸੀਂ ਕਹਿੰਦੇ ਹਾਂ ਕਿ ਗ੍ਰੈਜੂਏਸ਼ਨ ਲਈ 33% ਹੋ ਗਿਆ, ਪੋਸਟ ਗ੍ਰੈਜੂਏਸ਼ਨ ਲਈ 40% ਹੋ ਗਿਆ। ਜਸਟ ਐਗਜ਼ਾਮਪਲ ਦੇ ਰਹੀ ਹਾਂ। ਜਿਵੇਂ ਸਕੂਲਾਂ ਦੇ ਵਿੱਚ 33% ਆ, ਉਹ ਕੀ ਆ ਉਹ ਡਿਫਰੈਂਟ ਕੱਟ ਸਕੋਰ ਆ ਫॉर ਡਿਫਰੈਂਟ ਲੈਵਲਸ। ਮੀਨਸ ਜਿੱਥੇ ਸਾਨੂੰ ਲੱਗਦਾ ਜਿਵੇਂ ਅਸੀਂ ਕਹਿੰਦੇ ਹਾਂ ਕਿ ਜੇ ਕੋਈ ਨੋਮ ਰੈਫਰੈਂਸ ਟੈਸਟ ਆ ਤਾਂ ਉਹ ਡਿਫਰੈਂਟ ਹੋਏਗਾ ਉਹਦੇ ਲਈ ਕ੍ਰਾਈਟੇਰੀਆ। ਜੇ ਅਸੀਂ ਕਹਿੰਦੇ ਹਾਂ ਕ੍ਰਾਈਟੇਰੀਅਨ ਰੈਫਰੈਂਸ ਟੈਸਟ ਆ ਤਾਂ ਕ੍ਰਾਈਟੇਰੀਆ ਡਿਫਰੈਂਟ ਹੋਏਗਾ। ਮੀਨ ਜਿਹੜੀ ਉਹ ਸਰਟੀਫਿਕੇਸ਼ਨ ਆ ਉਹ ਵੀ ਕੀ ਆ ਉਸੇ ਕ੍ਰਾਈਟੇਰੀਆਜ਼ ਦੇ ਬੇਸ ਦਾ। ਜਿਹੜੀਆਂ ਕੋਈ ਜਿਵੇਂ ਆਟੋਨੋਮਸ ਯੂਨੀਵਰਸਿਟੀਜ਼ ਨੇ, ਆਟੋਨੋਮਸ ਕਾਲਜ ਨੇ, ਉਹਨਾਂ ਨੇ ਆਪਣਾ ਕ੍ਰਾਈਟੇਰੀਆ ਫਿਕਸ ਕੀਤਾ ਹੋਇਆ। ਉਹ ਕ੍ਰਾਈਟੇਰੀਆਜ਼ ਕੀ ਨੇਗੇ, ਉਹ ਲੈਵਲਸ ਕੀ ਨੇਗੇ, ਡਿਫਰੈਂਟ ਨੇ। ਡਿਫਰੈਂਟ ਲੈਵਲ ਆਫ ਪਰਫੋਰਮੈਂਸ। ਜਿਵੇਂ ਇਹਦੇ ਸਕੋਰ ਡਿਫਰੈਂਟ ਕੱਟ ਸਕੋਰ ਆ ਫॉर ਡਿਫਰੈਂਟ ਲੈਵਲ, ਉਹ ਵੀ ਜਿਹੜੇ ਲੈਵਲ ਆਫ ਪਰਫੋਰਮੈਂਸ ਵੀ ਕੀ ਕਰਦੇ ਨੇ ਡਿਫਰੈਂਟ ਨੇ। ਇਹਨੂੰ ਕੀ ਕਰਦੇ ਨੇ ਅਸੀਂ ਡਿਵਾਈਡ ਕਰਦੇ ਹਾਂ ਅਬਵ ਸਟੈਂਡਰਡ, ਮੀਟ ਸਟੈਂਡਰਡ, ਬਲੋ ਸਟੈਂਡਰਡ ਕੈਟਾਗਰਾਈਜ਼ ਕਰ ਦਿੰਦੇ ਹਾਂ। ਹੋਲਿਸਟਿਕ ਗ੍ਰੇਡ ਟੈਸਟ ਆਰ ਹੋਲਿਸਟਿਕ ਗ੍ਰੇਡਡ ਅਗੇਂਸਟ ਆ ਫਰੀ ਰਿਟਨ ਰਿਸਪੌਂਸ। ਅਤੇ ਇਹਦੇ 'ਚ ਕੀ ਕਰਦੇ ਹਾਂ ਅਸੀਂ ਬੱਚਿਆਂ ਨੂੰ ਹੋਲਿਸਟਿਕ ਜਿਹੜਾ ਵਿਊ 'ਤੇ ਕਰਦੇ ਹਾਂ ਗ੍ਰੇਡਿੰਗ ਕਰਦੇ ਹਾਂ। ਟੈਸਟ ਆਰ ਮੋਰ ਐਕਸਪੈਂਸਿਵ। ਜਿਹੜੇ ਇਸ ਤਰ੍ਹਾਂ ਦੇ ਟੈਸਟ ਜਿਹੜੇ ਅਸੀਂ ਸਟੈਂਡਰਡਾਈਜ਼ ਟੈਸਟ ਬਣਾਉਂਦੇ ਹੈਗੇ ਜਾਂ ਸਟੈਂਡਰਡ ਬੇਸ ਅਸੈਸਮੈਂਟ ਲਈ ਜਿਹੜੇ ਟੈਸਟ ਬਣਦੇ ਨੇ ਦੇ ਆਰ ਐਕਸਪੈਂਸਿਵ। ਡਿਫੀਕਲਟ ਟੂ ਗ੍ਰੇਡ। ਇਹਨਾਂ ਟੈਸਟਾਂ ਨੂੰ ਜਿਹੜਾ ਗ੍ਰੇਡਿੰਗ ਕਰਨੀ ਇਹਨਾਂ ਦੀ ਕੀ ਹੈਗੀ ਡਿਫੀਕਲਟ ਆ, ਟਫ ਟਾਸਕ ਆ। ਦੈਨ ਲੈਸ ਰਿਲਾਏਬਲ। ਜਦੋਂ ਟਫ ਟਾਸਕ ਆ ਜਾਂ ਐਕਸਪੈਂਸਿਵ ਜ਼ਿਆਦਾ ਨੇ ਇਸ ਤਰ੍ਹਾਂ ਦੇ ਟੈਸਟ ਕੀ ਨੇਗੇ ਲੈਸ ਰਿਲਾਏਬਲ ਨੇ, ਇਹਨਾਂ ਦੀ ਰਿਲਾਏਬਿਲਟੀ ਕੀ ਹੈਗੀ ਘੱਟ ਆ। ਗ੍ਰੇਡਰਸ ਆਰ ਨਾਟ ਟੀਚਿੰਗ ਐਕਸਪੀਰੀਅੰਸ। ਜਿਹੜੇ ਗ੍ਰੇਡਰਸ ਨੇ ਜਿਹੜੇ ਗ੍ਰੇਡਿੰਗ ਕਰ ਰਹੇ ਨੇ ਉਹ ਸਮ ਟਾਈਮ ਕੀ ਨਹੀਂ ਉਹਨਾਂ ਕੋਲ ਉਹ ਟੀਚਿੰਗ ਐਕਸਪੀਰੀਅੰਸ ਨਹੀਂ ਹੈ ਜੋ ਉਸ ਫੀਲਡ 'ਚ ਉਸ ਪਰਟੀਕੂਲਰ ਏਰੀਆ 'ਚ ਕੀ ਚਾਹੀਦਾ ਉਹਨਾਂ ਨੂੰ। ਹਾਈ ਫੇਲੀਅਰ ਰੇਟ। ਜਿਹੜੇ ਇਸ ਤਰ੍ਹਾਂ ਦੇ ਜਿਹੜੇ ਸਟੈਂਡਰਡਾਈਜ਼ ਟੈਸਟ ਨੇ ਇਹਦੇ 'ਚ ਕੀ ਹੈਗੀ ਜਿਹੜੀ ਫੇਲੀਅਰ ਰੇਟ ਆ ਉਹ ਕੀ ਹੈਗੀ ਬਹੁਤ ਜ਼ਿਆਦਾ ਹਾਈ ਆ। ਕਿਉਂਕਿ ਕਈ ਵਾਰੀ ਕੀ ਅਸੀਂ ਉਹਨਾਂ ਸਟੈਂਡਰਡਸ ਨੂੰ ਮੀਟ ਨਹੀਂ ਕਰ ਪਾਉਂਦੇ, ਇਸ ਕਰਕੇ ਰਿਜ਼ਲਟਸ ਕੀ ਨੇਗੇ ਸਾਡੇ ਸਮ ਕੀ ਨੇਗੇ ਰੇਟਸ ਫੇਲੀਅਰ ਰੇਟ ਕੀ ਹੈਗੀ ਜ਼ਿਆਦਾ ਹੈਗੀ। ਹਾਈ ਫੇਲੀਅਰ ਰੇਟ ਫॉर ਮਾਈਨੋਰਿਟੀਜ਼ ਐਂਡ ਸਪੈਸ਼ਲ ਨੀਡ ਚਿਲਡਰਨ। ਓਬਵੀਅਸਲੀ ਇਹਦੇ 'ਚ ਕੀ ਜਿਹੜੀ ਫੇਲੀਅਰ ਰੇਟ ਹੈ ਜਿਹੜੇ ਮਾਈਨੋਰਿਟੀਜ਼ ਨੇ ਜਾਂ ਸਪੈਸ਼ਲ ਐਜੂਕੇਸ਼ਨ ਚਿਲਡਰਨ ਨੇ ਟਿਪੀਕਲੀ 2 to 4 ਟਾਈਮ ਜਿਹੜੇ ਹਾਇਰ ਦੈਨ ਦਾ ਮੈਜੋਰਿਟੀ ਗਰੁੱਪਸ ਨੇਗੇ ਉਹਨਾਂ ਦੇ ਵਿੱਚ ਕੀ ਮਿਲਦੇ ਨੇ ਸਾਨੂੰ ਸਟੂਡੈਂਟਸ ਰਿਸਪੌਂਸ ਨਹੀਂ ਕਰ ਪਾਉਂਦੇ ਅਤੇ ਇਸ ਕਰਕੇ ਫੇਲੀਅਰ ਰੇਟ ਕੀ ਹੈਗੀ ਜ਼ਿਆਦਾ ਹੈਗੀ। ਕੰਟੈਂਟ ਇਜ਼ ਆਫਨ ਡਿਫੀਕਲਟ। ਜਿਹੜਾ ਇਹਦੇ 'ਚ ਕੰਟੈਂਟ ਹੋਏਗਾ ਉਹ ਸਮ ਟਾਈਮ ਕੀ ਹੈਗਾ ਇਮੀਡੀਏਟਲੀ ਬੱਚੇ ਆਨਸਰ ਨਹੀਂ ਦੇ ਪਾਉਂਦੇ ਅਤੇ ਕੀ ਹੋਏਗਾ ਡਿਫੀਕਲਟ ਹੋ ਜਾਂਦਾ। ਲਾਈਕ ਅਸੀਂ ਕਹਿੰਦੇ ਕਿ PTET, CTET, ਨੀਟ ਜਿਹੜੇ ਇਸ ਤਰ੍ਹਾਂ ਦੇ ਐਗਜ਼ਾਮੀਨੇਸ਼ਨ ਨੇ ਅਤੇ ਉਹ ਐਗਜ਼ਾਮੀਨੇਸ਼ਨ ਦੇ ਵਿੱਚ ਕੀ ਆਉਂਦੀ ਹੈ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ। ਦੈਨ ਐਕਚੁਅਲ ਸਕੋਰ ਆਫ ਸਕੂਲਸ। ਕਈ ਵਾਰੀ ਕੀ ਆ ਸਕੂਲ ਜਿਹੜੇ ਨੇਗੇ ਸਕੋਰਡ ਐਜ਼ 0 ਫॉर ਸਟੂਡੈਂਟ ਹੂ ਡੂ ਨਾਟ ਟੇਕ ਦ ਟੈਸਟ। ਅਤੇ ਬਟ ਉਹ ਜੇ ਅਸੀਂ ਸਟੈਂਡਰਡ ਬੇਸ 'ਤੇ ਗੱਲ ਕਰੀਏ ਤਾਂ ਉਹ ਇਸ ਤਰ੍ਹਾਂ ਦਾ ਕੋਈ ਸਟੈਂਡਰਡ ਹੀ ਨਹੀਂ ਹੈਗਾ ਜਿਹਦੇ 'ਚ ਅਸੀਂ 0 ਬੱਚੇ ਨੂੰ ਦੇ ਸਕੀਏ। ਅਬਸਟ੍ਰੈਕਲਸ ਇਨ ਹਾਇਰ ਐਜੂਕੇਸ਼ਨ। ਪਾਸਿੰਗ ਸੱਚ ਅ ਟੈਸਟ ਐਟ ਦ 10th ਲੈਵਲ। ਜਦੋਂ ਬੱਚਾ ਕੋਈ ਇਸ ਤਰ੍ਹਾਂ ਦੇ ਟੈਸਟ ਦੇ ਥਰੂ 10th ਲੈਵਲ ਪਾਸ ਕਰ ਲੈਂਦਾ ਹੈਗਾ ਅਤੇ ਟਿਪੀਕਲੀ ਪਲਾਨ ਐਜ਼ ਬੀਇੰਗ ਗ੍ਰੈਜੂਏਸ਼ਨ ਲੈਵਲ 'ਤੇ ਜਾਂਦਾ ਹੈਗਾ ਤਾਂ ਸਮ ਟਾਈਮ ਕੀ ਆਉਂਦੀ ਉਹਦੇ ਲਈ ਕੋਈ ਨਾ ਰੁਕਾਵਟ ਆਉਂਦੀ ਹੈ ਤਾਂ ਉਹ ਉਸ ਲੈਵਲ ਤੱਕ ਨਹੀਂ ਪਹੁੰਚ ਸਕਦਾ। ਟਿਪੀਕਲ ਪ੍ਰੋਸੀਜਰ। ਜਿਹੜਾ ਇਸ ਤਰ੍ਹਾਂ ਦਾ ਪ੍ਰੋਸੀਜਰ ਆ ਇਹਦੇ 'ਚ ਫੋਲੋ ਕੀਤਾ ਜਾਂਦਾ ਉਹ ਪ੍ਰੋਸੀਜਰ ਕੀ ਆ ਟਿਪੀਕਲ ਆ। ਜਿਹੜੇ ਗ੍ਰੇਡਡ ਇਹਨੂੰ ਇਨਕਰੈਕਟ ਨਹੀਂ ਕਹਿ ਸਕਦੇ। ਕਈ ਵੀ ਜਿਹੜੇ ਰਿਜ਼ਲਟਸ ਨੇ ਜਿਸ ਵੇ ਨਾਲ ਆਉਣੇ ਚਾਹੀਦੇ ਨੇ ਬੱਚਿਆਂ ਤੱਕ ਰਿਜ਼ਲਟਸ ਨਹੀਂ ਆਉਂਦੇ ਤਾਂ ਬੱਚਿਆਂ ਨੂੰ ਕੀ ਆਉਂਦੀ ਆ ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਬੱਚੇ ਉਹਨੂੰ ਫੋਲੋ ਨਹੀਂ ਕਰ ਪਾਉਂਦੇ। ਅਤੇ ਇਹਦੇ ਨਾਲ ਤੁਹਾਡਾ ਇਹ ਵਾਲਾ ਟੋਪਿਕ ਖਤਮ ਆ ਕਿਉਂਕਿ ਇਹ ਟੋਪਿਕ ਦੇ ਵਿੱਚ ਕੀ ਸੀਗਾ ਤੁਹਾਡੇ ਮੇਨ ਇਹੀ ਇੱਕ ਕੌਨਸੈਪਟ ਨੂੰ ਲੈ ਕੇ ਚੱਲੀ ਹਾਂ ਅਤੇ ਆਈ ਹੋਪ ਯੂ ਆਲ ਅੰਡਰਸਟੈਂਡ ਦ ਕਨਸੈਪਟ। then if you face any problem listen this video again and again so clear the concept, and PDF file is also with you related to that topic. You can follow that PDF file also. Thank you.